वाहिगुरु साहिब जी। वक्ता होए निरप्याप, श्रोता निज मन को कियो। रुद्र श्लोक अलाप, करियो अचल निहताप चित। वाहिगुरु जी का खालसा, वाहिगुरु जी की फतेह। सन्मानयोग गुरु रूप साध संगत जी ਅਤੇ ਵਿਦਿਆਰਥੀਗਣ, ਆਪਾਂ ਸਾਰੇ ਸੰਥਿਆ ਕਰ ਰਹੇ ਹਾਂ ਵੈਰਾਗ ਸ਼ਤਕ ਗ੍ਰੰਥ ਦੀ, ਜੋ ਭਰਤਰੀ ਜੀ ਮਹਾਰਾਜ ਨੇ ਸੰਸਕ੍ਰਿਤ ਵਿੱਚ ਲਿਖਿਆ ਹੈ ਔਰ ਪੰਡਿਤ ਹਰਦਿਆਲ ਜੀ ਨੇ ਗੁਰਮੁਖੀ ਅੱਖਰਾਂ ਦੇ ਵਿੱਚ ਔਰ ਬੜੀ ਸੁੰਦਰ ਛੰਦਾਬੰਦੀ ਵਿੱਚ ਪੰਜਾਬ ਦੀ ਧਰਤੀ ਮਾਝੇ ਦੇਸ਼ ਦੇ ਅੰਦਰ ਇਹਦੀ ਰਚਨਾ ਕੀਤੀ ਹੈ। ਆਓ ਆਪਾਂ ਇਸ ਗ੍ਰੰਥ ਦੇ 20 ਸ਼ਲੋਕ 20 ਛੰਦ ਪਹਿਲੇ ਅਧਿਆਏ ਦੇ ਸਰਵਣ ਕਰ ਚੁੱਕੇ ਹਾਂ। ਇਸ ਤੋਂ ਅੱਗੇ ਜੋ ਹੈ ਉਹ ਪ੍ਰੇਮ ਨਾਲ ਸਰਵਣ ਕਰੀਏ। ਪੰਡਤ ਜੀ ਮਹਾਰਾਜ ਲਿਖ ਰਹੇ ਨੇ ਕਿ ਜਦੋਂ ਭਰਤਰੀ ਹਰੀ ਜੀ ਨੇ ਸੰਸਾਰ ਦੇ ਵਿੱਚ ਨਿਗਾਹ ਮਾਰੀ ਵੀ ਗ੍ਰੰਥਾਂ ਨੂੰ ਸੁਣਨ ਵਾਲਾ ਕੌਣ ਹੈ। ਜੇ ਵਿਦਵਾਨਾਂ ਨੂੰ ਪੰਡਤਾਂ ਨੂੰ ਗ੍ਰੰਥ ਸੁਣਾਉਂਦੇ ਹਾਂ ਤਾਂ ਉਹ ਈਰਖਾ ਦੇ ਨਾਲ ਭਰੇ ਹੋਏ ਨੇ। ਉਹ ਕਹਿੰਦੇ ਅਸੀਂ ਤੇਰੇ ਨਾਲੋਂ ਜ਼ਿਆਦਾ ਵੱਡੇ ਵੱਡੇ ਗ੍ਰੰਥ ਪੜ੍ਹੇ ਹਨ, ਇਸ ਕਰਕੇ ਮੇਰੇ ਗ੍ਰੰਥ ਨੂੰ ਉਹ ਨਹੀਂ ਸੁਣਨਗੇ। ਫਿਰ ਰਾਜਿਆਂ ਮਹਾਰਾਜਿਆਂ ਨੂੰ ਸੁਣਾਉਣ ਦਾ ਯਤਨ ਕਰੀਏ ਤਾਂ ਉਹ ਹੰਕਾਰ ਨਾਲ ਭਰੇ ਹੋਏ ਨੇ ਔਰ ਸ਼ਿੰਗਾਰ ਰਸ ਵਗੈਰਾ ਤਾਂ ਸੁਣ ਲੈਂਦੇ ਹੈ ਪਰ ਵੈਰਾਗ ਦੀ ਗੱਲ ਨਹੀਂ ਸੁਣ ਸਕਦੇ। ਤੀਸਰੇ ਆਮ ਲੋਕ ਹਨ, ਉਹ ਵਿਚਾਰੇ ਆਪਣੀਆਂ ਘਰ ਦੀਆਂ ਮਜਬੂਰੀਆਂ ਕਰਕੇ, ਘਰ ਦੇ ਜ਼ਿੰਮੇਵਾਰੀਆਂ ਕਰਕੇ, ਮਾਇਆ ਵਿੱਚ ਮੋਹ ਵਿੱਚ ਫਸੇ ਹੋਣ ਕਰਕੇ ਇਹਨਾਂ ਗ੍ਰੰਥਾਂ ਨੂੰ ਨਹੀਂ ਸੁਣ ਸਕਦੇ। ਇਸ ਕਰਕੇ ਹੁਣ ਕਿਸ ਨੂੰ ਸੁਣਾਈਏ? ਤਾਂ ਕਹਿੰਦੇ ਵਕਤਾ ਹੋਏ ਨਿਰਪਿਆਪ। ਰਾਜਾ ਜੀ ਆਪ ਵਕਤਾ ਬਣ ਗਏ। ਸਰੋਤਾ ਨਿਜ ਮਨ ਕੋ ਕੀਓ, ਆਪਣੇ ਮਨ ਨੂੰ ਸਰੋਤਾ ਬਣਾ ਲਿਆ। ਰੁਦਰ ਸ਼ਲੋਕ ਅਲਾਪ, 11 ਸ਼ਲੋਕ ਉਹਨਾਂ ਨੇ ਉਚਾਰਨ ਕੀਤੇ। ਕਰਿਓ ਅਚਲ ਨਿਹਤਾਪ ਚਿਤ, ਆਪਣੇ ਚਿੱਤ ਨੂੰ ਚੰਚਲਤਾ ਤੋਂ ਰਹਿਤ ਕਰ ਲਿਆ, ਭਾਵ ਆਪਣੇ ਮਨ ਦੀ ਬਿਰਤੀ ਨੂੰ ਸੁਣਾ ਕੇ ਮਨ ਨੂੰ ਟਿਕਾ ਲਿਆ। ਸੋ ਇਸ ਤੋਂ ਅੱਗੇ ਅੱਜ ਦਾ ਪਾਠ ਸ਼ੁਰੂ ਹੁੰਦਾ ਹੈ। ਕਵਿਤ ਦੁਰਗਮ ਵਿਖਮ ਅਸ਼ੇਸ਼ ਦੇਸ਼ ਭਰਮ ਕਰ, ਲਹਿਓ ਮੈਂ ਕਲੇਸ਼ ਗਹਿਓ ਲੇਸ਼ ਨਾਹੀ ਧਨ ਕੋ। ਮਹਾਰਾਜ ਜੀ ਕਹਿੰਦੇ ਹਨ ਕਿ ਮੈਂ ਪੈਸੇ ਨੂੰ ਕਮਾਉਣ ਵਾਸਤੇ, ਧਨ ਕਮਾਉਣ ਵਾਸਤੇ ਆਸ਼ਾ ਦੇ ਮਨਸਾ ਦੇ ਅਧੀਨ ਹੋ ਕੇ, ਤ੍ਰਿਸ਼ਨਾ ਦੇ ਅਧੀਨ ਹੋ ਕੇ ਉਹਨਾਂ ਦੇਸ਼ਾਂ ਦੀ ਯਾਤਰਾ ਕੀਤੀ ਹੈ, ਅਣਗਿਣਤ ਦੇਸ਼ਾਂ ਦੀ। ਅਸ਼ੇਸ਼ ਦਾ ਮਤਲਬ ਹੁੰਦਾ ਵੀ ਜਿਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਦੁਰਗਮ, ਜਿੱਥੇ ਪਹੁੰਚਣਾ ਔਖਾ ਹੋਵੇ, ਸਮੁੰਦਰਾਂ ਦੇ ਟਾਪੂਆਂ ਵਿੱਚ, ਦੂਜੇ ਮੁਲਕਾਂ ਵਿੱਚ, ਦੂਰ ਦੂਰ। ਵਿਖਮ, ਜਿੱਥੇ ਬਹੁਤ ਹੀ ਕਠਿਨ ਔਖਾ ਹੈ ਜਾਣਾ, ਜਹਾਜ਼ਾਂ ਰਾਹੀਂ। ਉਹਨਾਂ ਦਿਨਾਂ ਵਿੱਚ ਤਾਂ ਲੋਕ ਪੈਦਲ ਜਾਂਦੇ ਸਨ ਅਤੇ ਫਿਰ ਸਮੁੰਦਰੀ ਜਹਾਜ਼ਾਂ ਵਿੱਚ ਬਹਿ ਕੇ ਜਾਂਦੇ ਸਨ। ਅੱਜ ਵੀ ਉਸੇ ਤਰ੍ਹਾਂ ਹੀ ਹੈ, ਕਿਉਂਕਿ ਸੰਸਾਰ ਦੀ ਜਿਹੜੀ ਮੂਲ ਪ੍ਰਵਿਰਤੀ ਹੈ ਤ੍ਰਿਸ਼ਨਾ ਦੀ, ਉਸੇ ਤਰ੍ਹਾਂ ਹੀ ਹੈ। ਆਪਣਾ ਘਰ-ਬਾਰ ਛੱਡ ਕੇ ਪ੍ਰਦੇਸ਼ਾਂ ਵਿੱਚ ਜਾਣਾ, ਜਿਵੇਂ ਗੁਰਬਾਣੀ 'ਚ ਵੀ ਮਹਾਰਾਜ ਨੇ ਬਚਨ ਕੀਤਾ, ਦੇਸ਼ ਛੋੜ ਪਰਦੇਸੈ ਧਾਇਆ। ਆਪਣੇ ਦੇਸ਼ ਨੂੰ ਛੱਡ ਕੇ ਪ੍ਰਦੇਸ਼ਾਂ ਵਿੱਚ ਜਾਂਦਾ ਬੰਦਾ। ਦੁਰਗਮ, ਜਿੱਥੇ ਔਖਾ ਪਹੁੰਚਿਆ ਜਾਵੇ। ਗਮ ਮੈਨੇ ਜਾਣਾ, ਦੁਰ ਮੈਨੇ ਔਖਾ। ਦੁਰਗਮ, ਜਿੱਥੇ ਔਖਾ ਪਹੁੰਚਿਆ ਜਾਵੇ। ਵਿਖਮ, ਜਿਹੜੀਆਂ ਉੱਚੀਆਂ ਨੀਵੀਆਂ ਥਾਵਾਂ ਹਨ, ਪਹਾੜ ਹਨ, ਦਰਿਆ ਹਨ, ਸਮੁੰਦਰ ਹਨ, ਜੰਗਲ ਹਨ। ਅਸ਼ੇਸ਼ ਦੇਸ਼, ਬਹੁਤ ਸਾਰੇ ਅਣਗਿਣਤ ਦੇਸ਼ ਭਰਮ ਕਰ, ਉਹਨਾਂ ਵਿੱਚ ਮੈਂ ਭਰਮ ਕੇ, ਭਟਕ ਕੇ। ਲਹਿਓ ਮੈਂ ਕਲੇਸ਼, ਮੈਂ ਬੜਾ ਕਲੇਸ਼ ਸਹਾਰਿਆ ਹੈ, ਬਹੁਤ ਦੁੱਖ ਪਾਏ ਹਨ। ਗਹਿਓ ਲੇਸ਼ ਨਾਹੇ ਧਨ ਕੋ, ਅਤੇ ਧਨ ਮੈਨੂੰ ਲੇਸ਼ ਮਾਤਰ ਵੀ ਨਹੀਂ ਮਿਲਿਆ। ਪੈਸਾ ਮੈਨੂੰ ਫਿਰ ਵੀ ਨਹੀਂ ਮਿਲਿਆ। ਵੀ ਮੈਂ ਸੋਚਿਆ ਸੀ ਬਾਹਰਲੇ ਮੁਲਕਾਂ ਜਾਵਾਂਗਾ ਅਤੇ ਬਹੁਤ ਧਨ ਮੈਨੂੰ ਮਿਲੇਗਾ, ਮੈਂ ਬੜਾ ਸੁਖੀ ਹੋ ਜਾਵਾਂਗਾ, ਪਰ ਸੁੱਖ ਰੂਪੀ ਧਨ ਨਹੀਂ ਮਿਲਿਆ। ਜਾਤ ਕੁਲ ਕਾ ਅਭਿਮਾਨ, ਉਚਿਤ ਵਿਹਾਏ ਤਾਏ। ਮੈਂ ਆਪਣੀ ਉੱਚੀ ਜਾਤੀ ਦਾ ਆਪਣੀ ਕੁਲ ਦਾ ਅਭਿਮਾਨ, ਉਹਨੂੰ ਵੀ ਤਿਆਗ ਦਿੱਤਾ। ਭਾਵ ਜਦੋਂ ਕਿਸੇ ਕੋਲ ਜਾਣਾ ਪੈਂਦਾ, ਦੂਜੇ ਦੇ ਕੋਲ ਉਹਦੀ ਖੁਸ਼ਾਮਦ ਕਰਨੀ ਪੈਂਦੀ ਹੈ, ਉਹਦੇ ਅੱਗੇ ਹੱਥ ਜੋੜਨੇ ਪੈਂਦੇ ਆ, ਉਦੋਂ ਆਪਣੀ ਜਾਤੀ ਦਾ, ਆਪਣੀ ਅਣਖ ਦਾ, ਆਪਣੀ ਗੈਰਤ ਦਾ ਸੌਦਾ ਕਰਨਾ ਪੈਂਦਾ। ਆਪਣੀ ਜਾਤੀ ਦਾ, ਆਪਣੇ ਕੁਲ ਦਾ ਅਭਿਮਾਨ ਤਿਆਗ ਕੇ
ਸੇਵ ਕੀਨੀ ਫਲਹੀਨੀ, ਸੋਚ ਭਇਓ ਮਨ ਕੋ। ਦੂਜਿਆਂ ਦੀ ਸੇਵਾ ਕੀਤੀ ਜੇ ਜੋ ਫਲ ਕੋਈ ਨਹੀਂ ਮਿਲਿਆ, ਮਨ ਨੂੰ ਸੋਚਾਂ ਚਿੰਤਾ ਫਿਕਰ ਪਿਆਰਿਆ। ਕਾਖ ਯੋਂ ਸਸੰਕ ਮਾਨ ਸਸੰਕ, ਕਾਖ ਯੋਂ ਸਸੰਕ ਮਾਨ ਬਿਨ ਪਰ ਧਾਮ ਖਾਇਓ। ਅਜੇ ਰਜੇ ਨਾ ਸਪ੍ਰੀਤ ਭਜੇ ਦੁਰ ਤਨ ਕੋ। ਕਵੀ ਜੀ ਕਹਿੰਦੇ ਹਨ ਵੀ ਕਾਕ ਯੋਂ ਸਸੰਕ, ਮਾਣ ਬਿਨ ਪਰ ਧਾਮ ਖਾਇਓ। ਦੂਜੇ ਦੇ ਘਰ ਰੋਟੀ ਖਾਣੀ ਹੋਵੇ, ਕਊਏ ਦੀ ਤਰ੍ਹਾਂ ਜਿਵੇਂ ਕਾਂ ਨੂੰ ਸ਼ੰਕਾ ਹੁੰਦਾ ਨਾ, ਦੂਜੇ ਦੇ ਘਰ ਜਾਂਦਾ, ਬਨੇਰੇ 'ਤੇ ਬਹਿ ਕੇ ਦੇਖਦਾ ਵੀ ਕੋਈ ਮੈਨੂੰ ਦੇਖਦਾ ਤਾਂ ਨਹੀਂ। ਬੱਚੇ ਦੀ ਥਾਲੀ 'ਚ ਰੋਟੀ ਚੁੱਕਣੀ ਹੁੰਦੀ ਹੈ, ਜਾਂ ਕਿਤੇ ਚੰਗੇਰ 'ਚ ਪ੍ਰਸ਼ਾਦਾ ਪਿਆ ਉਹ ਚੁੱਕਣਾ ਹੁੰਦਾ, ਰਸੋਈ 'ਚੋਂ ਚੁੱਕਣਾ ਹੁੰਦਾ, ਅਤੇ ਉਹਨੂੰ ਇਹ ਡਰ ਹੁੰਦਾ ਵੀ ਕੋਈ ਮੈਨੂੰ ਗੁਲੇਲਾ ਨਾ ਮਾਰ ਦੇਵੇ, ਕੋਈ ਤੀਰ ਨਾ ਮਾਰ ਦੇਵੇ। ਅਤੇ ਚਾਰੇ ਪਾਸੇ ਕਾਂ ਜਿਹੜਾ ਬੜੀ ਸਤਰਕਤਾ ਦੇ ਨਾਲ ਰੋਟੀ ਚੁੱਕਦਾ ਹੈ। ਇੱਦਾਂ ਮੈਂ ਵੀ ਜਦੋਂ ਦੂਜਿਆਂ ਦੇ ਘਰ ਰੋਟੀ ਖਾਣ ਗਿਆ ਤਾਂ ਬੜਾ ਸਾਵਧਾਨ ਹੋ ਕੇ ਖਾਧੀ, ਵੀ ਕੋਈ ਮੈਨੂੰ ਇਹ ਨਾ ਕਹਿ ਦੇਵੇ ਵੀ ਰੋਟੀ ਖਾਂਦਾ ਕਿਵੇਂ ਹੈ, ਕੋਈ ਟੋਕ ਨਾ ਦੇਵੇ। ਮਾਣ ਬਿਨ, ਅਤੇ ਮਾਣ ਇੱਜ਼ਤ ਤੋਂ ਬਿਨਾਂ ਰੋਟੀ ਮਿਲੀ, ਜਿਹਦੇ ਘਰ ਜਾ ਕੇ ਖਾਣੀ ਹੈ, ਖਵਾਉਣ ਵਾਲੇ ਦਾ ਮਾਣ ਹੋਣਾ, ਖਾਣ ਵਾਲੇ ਦਾ ਥੋੜ੍ਹਾ ਹੋਣਾ। ਸੋ ਅਗਲੇ ਨੇ ਮਾਣ ਤੋਂ ਬਿਨਾਂ ਨਿਰਾਦਰ ਦੇ ਨਾਲ ਰੋਟੀ ਖਵਾਈ। ਪਰ ਧਾਮ ਖਾਇਓ, ਦੂਜੇ ਦੇ ਘਰ ਪ੍ਰਸ਼ਾਦਾ ਖਾਧਾ। ਅਜੇ ਰਜੇ ਨਾ, ਪਰ ਅਜੇ ਪੇਟ ਭਰਿਆ ਨਹੀਂ, ਭਾਵ ਮਨ ਨਹੀਂ ਰੱਜਿਆ। ਸਪ੍ਰੀਤ ਭਜੇ ਦੁਰ ਤਨ ਕੋ, ਅਜੇ ਵੀ ਪ੍ਰੇਮ ਦੇ ਨਾਲ ਦੂਜੇ ਸਰੀਰਾਂ ਵੱਲ ਦੇਖਦਾ ਹਾਂ। ਦੁਰ ਮੈਨੇ ਖੋਟੇ ਜਿਹੜੇ ਹਨ, ਪੁਰਸ਼ ਮਾੜੇ ਪੁਰਸ਼ ਹਨ, ਮਾਇਆਧਾਰੀ ਅੰਨੇ ਬੋਲੇ ਹਨ, ਉਹਨਾਂ ਵੱਲ ਮੇਰੀ ਮਨ ਦੀ ਪ੍ਰੀਤ ਹੈ ਵੀ ਉਹਨਾਂ ਕੋਲੋਂ ਕੁਛ ਹੋਰ ਮਿਲ ਜਾਏਗਾ, ਹੋਰ ਮਿਲ ਜਾਏਗਾ। ਬ੍ਰਹਮ ਤੇ ਵਿਛੋਰ ਨੀਚ ਤ੍ਰਿਸ਼ਨੇ ਕੀਨੇ ਢੋਰ, ਅਬ ਹੋਰ ਜੋ ਨਚਾਤ ਕਹਾ ਹੋਰ ਕਰੇ ਜਨ ਕੋ। ਕਹਿੰਦੇ ਹੇ ਤ੍ਰਿਸ਼ਨਾ, ਤੂੰ ਬੜੀ ਨੀਚ ਹੈ, ਤੂੰ ਮੈਨੂੰ ਬ੍ਰਹਮ ਤੋਂ ਵਿਛੋੜ ਕੇ ਢੋਰ ਪਸ਼ੂ ਬਣਾ ਦਿੱਤਾ। ਇਹ ਕਹੋ ਕਬੀਰ ਰਾਮ ਕੀ ਅੰਸ਼, ਇਹ ਆਤਮਾ ਹੈ ਤਾਂ ਪਰਮੇਸ਼ਰ ਦੀ ਅੰਸ਼, ਪਰ ਤ੍ਰਿਸ਼ਨਾ ਦੇ ਨਾਲ ਇਹ ਪਸ਼ੂ ਬਣਿਆ ਹੋਇਆ ਜੀਵ, ਪਸ਼ੂਆਂ ਦੀ ਤਰ੍ਹਾਂ ਇਹ ਜੀ ਰਿਹਾ ਹੈ। ਹੇ ਤ੍ਰਿਸ਼ਨਾ, ਅਬ ਹੋਰ ਜੋ ਨਚਾਤ, ਤੂੰ ਹੋਰ ਜੋ ਮੈਨੂੰ ਨਚਾਉਂਦੀ ਫਿਰਦੀ ਹੈ ਲੋਕਾਂ ਦੇ ਬੂਹੇ 'ਤੇ, ਕਹਾ ਹੋਰ ਕਰੇ ਜਨ ਕੋ, ਮੈਨੂੰ ਹੋਰ ਕੀ ਬਣਾਉਣਾ ਚਾਹੁੰਦੀ? ਪਸ਼ੂ ਤਾਂ ਮੈਂ ਬਣ ਗਿਆ, ਪਸ਼ੂ ਤੋਂ ਵੱਧ ਹੁਣ ਮੈਨੂੰ ਤੂੰ ਕੀ ਬਣਾਏਂਗੀ? ਹੇ ਤ੍ਰਿਸ਼ਨਾ, ਤੂੰ ਮੈਨੂੰ ਬੜੇ ਦੁੱਖ ਦਿੱਤੇ। ਅਗਲੇ ਕਵਿਤ ਵਿੱਚ ਵੀ ਮਹਾਰਾਜ ਇਹੀ ਸਿਧਾਂਤ ਨੂੰ ਫਿਰ ਉਜਾਗਰ ਕਰਦੇ ਹੈ। ਕਵਿਤ ਆਸੇ ਫਲਹੀਨੀ ਕੀਨੀ ਤੇਰੇ ਬਲ ਸੋ ਸੇਵਾਦ, ਮੂਡੋਂ ਕੇ ਕੁਬੈਨ ਛੋਡੇ ਨੈਣ ਛੋਡੇ ਬਨ ਕੋ। ਹੇ ਆਸਾ, ਹੇ ਤ੍ਰਿਸ਼ਨਾ, ਤੇਰੇ ਬਲ ਨਾਲ, ਯਾਨੀ ਤੂੰ ਮੈਨੂੰ ਮਜਬੂਰ ਕਰ ਦਿੱਤਾ, ਤ੍ਰਿਸ਼ਨਾ ਨੇ ਮੈਨੂੰ ਮਜਬੂਰ ਕਰਤਾ ਕਿ ਫਲਹੀਨੀ ਸੇਵਾ ਕੀਤੀ ਮੈਂ, ਜਿਹਦੇ 'ਚੋਂ ਮੈਨੂੰ ਕੁਛ ਨਹੀਂ ਸੀ ਮਿਲਣਾ। ਆਸੇ, ਹੇ ਆਸਾ, ਹੇ ਤ੍ਰਿਸ਼ਨਾ, ਫਲਹੀਨੀ, ਫਲ ਤੋਂ ਹੀਣੀ, ਕੀਨੀ ਤੇਰੇ ਬਲ ਸੋ ਸੇਵਾਦ, ਅਨਵੈ ਕਰਕੇ ਅਰਥ ਕਰਨਾ ਪਏਗਾ। ਫਲਹੀਨੀ ਸੇਵਾਦ ਤੇਰੇ ਬਲ ਸੋ ਕੀਨੀ, ਅਨਵੈ ਕਰਨਾ ਨਾ ਆਵੇ ਤਾਂ ਫਿਰ ਅਰਥ ਨਹੀਂ ਖੁੱਲ੍ਹਦੇ। ਇਸ ਕਰਕੇ ਟੀਕਾਕਾਰੀ ਦੇ ਵਿੱਚ ਅਰਥ ਕਰਨ ਦੇ ਵਿੱਚ ਅਨਵੈ ਕਰਨ ਦੀ ਜੁਗਤੀ ਮਹਾਂਪੁਰਸ਼ ਦੱਸਦੇ ਹਨ। ਜਦੋਂ ਇਹਨੂੰ ਅਨਵੈ ਕਰਨਾ, ਪੰਕਤੀ ਨੂੰ ਇਸ ਤਰ੍ਹਾਂ ਕਰਨਾ, ਹੇ ਆਸਾ ਫਲਹੀਨੀ ਸੇਵਾਦ ਤੇਰੇ ਬਲ ਸੋ ਕੀਨੀ, ਯਾਨੀ ਤੇਰੀ ਪ੍ਰੇਰਣਾ ਨਾਲ ਮੈਂ ਉਹ ਸੇਵਾ ਕੀਤੀ ਜਿਹਦੇ ਵਿੱਚ ਕੋਈ ਫਲ ਨਹੀਂ। ਮੂਢੋਂ ਕੇ ਕੁਬੈਨ ਸੋਡੇ, ਸੋਡੇ ਮੈਨੇ ਸਹਾਰੇ, ਮੂਢੋਂ ਮੈਨੇ ਮੂਰਖਾਂ ਦੇ, ਮੂਰਖਾਂ ਦੇ ਕੁਬੈਨ ਭੈੜੇ ਬੋਲ ਸਹਾਰੇ। ਜਿਹਦੀ ਨੌਕਰੀ ਕਰੀਏ ਉਹ ਓਏ ਓਏ ਕਰਕੇ ਗੱਲ ਕਰੇਗਾ, ਜੇ ਕੋਈ ਤਨਖਾਹ ਦੇਵੇਗਾ ਜਾਂ ਪੈਸੇ ਦੇਵੇਗਾ ਤਾਂ ਉਹ ਆਪਣਾ ਹੁਕਮ ਮਨਾਏਗਾ। ਕਈ ਵਾਰੀ ਉਹ ਟੋਕੇਗਾ ਵੀ ਤੂੰ ਆਹ ਗਲਤ ਕੰਮ ਕੀਤਾ, ਗੱਲ ਗੱਲ 'ਤੇ ਉਹ ਤੰਗ ਕਰੇਗਾ। ਕਹਿੰਦੇ ਮੂਰਖਾਂ ਦੇ, ਅਨਪੜ੍ਹ ਬੰਦਿਆਂ ਦੇ, ਕਈ ਵਾਰੀ ਦੇਖਿਆ ਜਾਂਦਾ ਵੀ ਵਿਦਵਾਨਾਂ ਨੂੰ ਮੂਰਖਾਂ ਦੀ ਨੌਕਰੀ ਕਰਨੀ ਪੈਂਦੀ ਹੈ, ਸੂਰਬੀਰਾਂ ਨੂੰ ਕਾਇਰਾਂ ਦੀ ਨੌਕਰੀ ਕਰਨੀ ਪੈਂਦੀ ਹੈ। ਬੜੇ ਬੜੇ ਸੂਰਮੇ ਯੋਧੇ ਆਪਣੇ ਪੇਟ ਪਾਲਣ ਵਾਸਤੇ ਕਾਇਰਾਂ ਬੁੱਝਦਿਲਾਂ ਬੰਦਿਆਂ ਦੇ ਬਾਡੀਗਾਰਡ, ਅੰਗ ਰੱਖਿਅਕ ਬਣ ਕੇ ਰਹਿੰਦੇ, ਉਹਨਾਂ ਦੇ
ਮਾੜੇ ਚੰਗੇ ਬੋਲ ਵੀ ਉਹਨਾਂ ਨੂੰ ਸਹਿਣੇ ਪੈਂਦੇ, ਸੂਰਬੀਰਾਂ ਬਹਾਦਰਾਂ ਨੂੰ। ਅਤੇ ਬੜੇ ਬੜੇ ਪੜ੍ਹੇ ਲਿਖੇ ਵਿਦਵਾਨਾਂ ਨੂੰ ਮੂਰਖਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ। ਉਹਨਾਂ ਲੋਕਾਂ ਦੀਆਂ ਗੱਲਾਂ ਸੁਣ ਕੇ ਮਨ ਦੁਖੀ ਵੀ ਹੁੰਦਾ ਹੈ। ਕਹਿੰਦੇ ਨੈਣ ਛੋਡੇ ਬਨ ਕੋ, ਨੈਣ ਮੈਨੇ ਅੱਖਾਂ 'ਚੋਂ, ਬਨ ਕਹਿੰਦੇ ਪਾਣੀ ਚੱਲਦਾ ਹੈ। ਜਦੋਂ ਕੋਈ ਵਿਦਵਾਨ ਬੰਦੇ ਦੀ ਮੂਰਖ ਬੰਦਾ ਬੇਇੱਜ਼ਤੀ ਕਰ ਦਿੰਦਾ ਹੈ ਅਤੇ ਉਹ ਵਿਦਵਾਨ ਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਆ ਵੀ ਮੈਂ ਇੰਨੀ ਵਿੱਦਿਆ ਪੜ੍ਹਿਆ ਪਰ ਇਹ ਮੂਰਖ ਮੇਰੀ ਕਿੰਨੀ ਬੇਕਦਰੀ ਕਰ ਰਹੇ ਨੇ, ਇਹਨਾਂ ਨੂੰ ਪਤਾ ਹੀ ਨਹੀਂ ਵਿੱਦਿਆ ਕੀ ਚੀਜ਼ ਹੁੰਦੀ ਹੈ। ਚਿੱਤ ਕੋ ਸੰਕੋਚ ਕੀਨੋ, ਆਪਣੇ ਚਿੱਤ ਨੂੰ ਸੰਕੋਚਿਆ। ਕੰਗ ਦ੍ਰਿਗ ਕੋ ਰੋਕ ਲੀਨੋ, ਕੰਗ ਕਹਿੰਦੇ ਨੇ ਪਾਣੀ ਨੂੰ, ਜਲ ਨੂੰ। ਦ੍ਰਿਗ ਮੈਨੇ ਅੱਖਾਂ, ਅੱਖਾਂ ਦਾ ਜਿਹੜਾ ਪਾਣੀ ਸੀ, ਅੱਖਾਂ ਦੇ ਹੰਝੂ ਸੋ ਰੋਕ ਲੀਨੋ, ਉਹ ਰੋਕ ਲਏ। ਕਿਉਂ? ਵੀ ਕਿਤੇ ਇਹ ਜਿਹੜਾ ਮੇਰਾ ਅਫਸਰ ਹੈ, ਜਿਹੜਾ ਮੇਰਾ ਪ੍ਰਧਾਨ ਹੈ, ਜਿਹੜਾ ਮੇਰਾ ਮੁਖੀ ਹੈ, ਮੈਨੂੰ ਨੌਕਰੀ ਤੋਂ ਨਾ ਕੱਢ ਦੇਵੇ। ਜੇ ਮੈਂ ਇਹਦੇ ਸਾਹਮਣੇ ਰੋ ਪਿਆ ਇਹ ਗੁੱਸਾ ਕਰੇਗਾ ਵੀ ਤੂੰ ਰੋਇਆ ਕਿਉਂ ਹੈ। ਚਿੱਤ ਕੋ ਸੰਕੋਚ ਕੀਨੋ, ਆਪਣੇ ਚਿੱਤ ਨੂੰ, ਆਪਣੇ ਮਨ ਨੂੰ ਕਾਬੂ ਕੀਤਾ। ਅੱਖਾਂ ਦੇ ਹੰਝੂਆਂ ਨੂੰ ਰੋਕ ਲਿਆ। ਭਾਵੀ ਸ਼ੋਕ ਚੀਨੋ, ਬੜਾ ਭਾਰੀ ਆਉਣ ਵਾਲੇ ਸਮੇਂ 'ਚ ਹੋਰ ਦੁੱਖ ਹੋਵੇਗਾ ਜੇ ਮੈਂ ਇਹਦੇ ਬਚਨ ਨਾ ਸਹਾਰੇ ਮੈਨੂੰ ਨੌਕਰੀ ਤੋਂ ਕੱਢ ਦੇਵੇਗਾ, ਹੋਰ ਸ਼ੋਕ ਹੋਵੇਗਾ। ਇਸ ਕਰਕੇ ਆਪਣੇ ਕਰਮਾਂ ਦੀ ਭਾਵੀ ਸਮਝ ਕੇ ਵੀ ਮੇਰੇ ਕਰਮਾਂ 'ਚ ਇੱਦਾਂ ਲਿਖਿਆ ਹੋਇਆ, ਪੀਨੋ ਕੀਨੋ ਨਾ ਬਚਨ ਕੋ, ਅੱਗੋਂ ਜਵਾਬ ਨਹੀਂ ਦਿੱਤਾ। ਕਰੜਾ ਬਚਨ ਨਹੀਂ, ਮੂੰਹ ਤੋੜਵਾਂ ਜਵਾਬ ਨਹੀਂ ਦਿੱਤਾ। ਪੀਨੋ ਕਹਿੰਦੇ ਨੇ ਮਜ਼ਬੂਤ, ਕਰੜਾ ਔਖਾ, ਅੱਗੋਂ ਔਖੇ ਬੋਲ ਨਹੀਂ ਬੋਲੇ, ਬਲਕਿ ਸਰ ਸਰ ਕਹਿ ਕੇ, ਸਤ ਬਚਨ ਕਹਿ ਕੇ, ਪ੍ਰਧਾਨ ਜੀ ਕਹਿ ਕੇ ਜਾਨ ਛੁਡਾਈ। ਹਸਿਓ ਭੀ ਨਿਕਾਰ ਦੰਤ, ਭਾਵੇਂ ਮਨ 'ਚ ਤੇ ਰੋਣਾ ਆ ਰਿਹਾ ਸੀਗਾ, ਅੱਖਾਂ ਰੋਣਾ ਚਾਹੁੰਦੀਆਂ ਸੀ, ਪਰ ਫਿਰ ਵੀ ਦੰਦ ਕੱਢ ਕੇ ਹੱਸਿਆ ਅੱਗੋਂ। ਜੈਸੇ ਚਿੰਤਾ ਮਾਨ ਜੰਤ, ਜਿਵੇਂ ਕੋਈ ਚਿੰਤਾਮਾਨ ਬੰਦਾ ਹੁੰਦਾ, ਉਹ ਵਿਚਾਰਾ ਅੰਦਰੋਂ ਚਿੰਤਾ 'ਚ ਹੁੰਦਾ ਪਰ ਉੱਤੋਂ ਲੋਕਾਂ ਨੂੰ ਹੱਸ ਕੇ ਗੱਲ ਕਰਦਾ, ਪਤਾ ਲੱਗ ਜਾਂਦਾ ਵੀ ਇਹ ਖੁਸ਼ ਨਹੀਂ ਹੈ ਪਰ ਮਜਬੂਰੀ ਨੂੰ ਹੱਸ ਰਿਹਾ। ਜੋਰ ਕਰ ਕਰ ਕਰੀ ਬੰਦਨਾ ਨੀਚਨ ਕੋ, ਕਹਿੰਦੇ ਹੱਥ ਜੋੜ ਜੋੜ ਕੇ ਨੀਚ ਬੰਦਿਆਂ ਨੂੰ ਮੱਥਾ ਟੇਕਣਾ ਪਿਆ। ਜਿਹੜੇ ਬੰਦੇ ਊੜਾ ਵੀ ਨਹੀਂ ਜਾਣਦੇ ਉਹਨਾਂ ਨੂੰ ਵਿਦਵਾਨ ਪੁਰਸ਼ ਹੱਥ ਜੋੜ ਜੋੜ ਕੇ ਪ੍ਰਧਾਨ ਸਾਹਿਬ ਜੀ, ਪ੍ਰਧਾਨ ਸਾਹਿਬ ਜੀ ਕਰਦੇ ਹੈ। ਇਹ ਵੀ ਕੁਦਰਤ ਦਾ ਇੱਕ, ਪਰਮੇਸ਼ਰ ਦਾ ਐਸਾ ਭਾਣਾ ਬਣੇ ਵਰਤਿਆ। ਪਰ ਮੇਨ ਇਹਦੇ 'ਚ ਤ੍ਰਿਸ਼ਨਾ ਹੀ ਹੈ। ਤ੍ਰਿਸ਼ਨਾ ਜਿਹੜੀ ਹੈ ਬੰਦੇ ਨੂੰ ਉਹ ਇਸ ਪਾਸੇ ਮਜਬੂਰ ਕਰ ਦਿੰਦੀ ਹੈ ਕਿ ਉਹਨੂੰ ਵਿਦਵਾਨ ਬੰਦੇ ਨੂੰ ਵੀ ਨੀਵੇਂ ਬੰਦਿਆਂ ਦੇ ਅੱਗੇ, ਘਟੀਆ ਬੰਦਿਆਂ ਦੇ ਅੱਗੇ ਹੱਥ ਜੋੜਨੇ ਪੈਂਦੇ ਹੈ। ਤੈਸੇ ਨਮੋ ਕਰੋ ਤੁਮੇ, ਹੁਣ ਭਰਤਰੀ ਜੀ ਮਹਾਰਾਜ ਕਿਉਂਕਿ ਪੂਰਨ ਜੋਗੀ ਬਣ ਗਏ ਹਨ, ਉਹ ਤ੍ਰਿਸ਼ਨਾ ਨੂੰ ਕਹਿੰਦੇ, ਹੇ ਤ੍ਰਿਸ਼ਨਾ, ਜਿਵੇਂ ਮੈਂ ਤੇਰੇ ਕਰਕੇ ਲੋਕਾਂ ਨੂੰ, ਮੂਰਖਾਂ ਨੂੰ ਹੱਥ ਜੋੜਦਾ ਸੀ, ਹੁਣ ਮੈਂ ਤੈਨੂੰ ਜੋੜਦਾ। ਤੇਰੇ ਸੰਗ ਚਿਰ ਭਰਮੇ, ਬੜਾ ਚਿਰ ਤੇਰੇ ਨਾਲ ਭਟਕ ਲਿਆ, ਤ੍ਰਿਸ਼ਨਾ ਕਰਕੇ ਮੈਂ ਬੜਾ ਚਿਰ ਦੁਖੀ ਹੋਇਆ। ਅਬ ਚਾਹੇ ਛੋਰ ਹਮੇ, ਚਾਹੇ ਮੈਨੇ ਚਾਹਨਾ, ਇੱਛਾ ਤ੍ਰਿਸ਼ਨਾ, ਹੇ ਤ੍ਰਿਸ਼ਨਾ, ਹੇ ਚਾਹਨਾ ਹੁਣ ਤੂੰ ਮੈਨੂੰ ਛੱਡ ਦੇ। ਅਬ ਚਾਹੇ ਛੋਰ ਹਮੇ, ਕਾਹੇ ਦਹੇ ਜਨ ਕੋ, ਕਾਹੇ ਮੈਨੇ ਕਿਉਂ, ਦਹੇ ਭਾਵ ਸਾੜਦੀ ਕਿਉਂ ਹੈ। ਹੁਣ ਤੂੰ ਜਨਾਂ ਨੂੰ, ਭਗਤਾਂ ਨੂੰ, ਸਾਨੂੰ ਕਿਉਂ ਸਾੜਦੀ ਹੈ। ਹੁਣ ਸਾਡਾ ਖਹਿੜਾ ਛੱਡ, ਹੋਰ ਤੂੰ ਜਿੱਧਰ ਮਰਜ਼ੀ ਜਾ, ਸਾਨੂੰ ਪਰੇਸ਼ਾਨ ਨਾ ਕਰ। ਤੋਟਕ ਛੰਦ, ਅਬ ਤੋ ਤਜ ਤੂੰ ਹਮ ਕੋ ਤ੍ਰਿਸ਼ਨੇ, ਹੇ ਤ੍ਰਿਸ਼ਨਾ ਹੁਣ ਤੂੰ ਮੈਨੂੰ ਛੱਡ ਦੇ, ਹੁਣ ਤੂੰ ਸਾਨੂੰ ਤਿਆਗ ਦੇ। ਤਬ ਲਾਭ ਵਿਖੇ ਮਮ ਖੇਦ ਕਨੇ, ਹੇ ਤ੍ਰਿਸ਼ਨਾ ਤੇਰੇ ਲਾਭ ਵਿੱਚ ਮੈਨੂੰ ਬੜੇ ਦੁੱਖ ਸਹਿਣੇ ਪਏ ਹੈ, ਬੜੀਆਂ ਕਠਿਨਾਈਆਂ ਤੇਰੇ ਕਰਕੇ ਮੈਨੂੰ ਕਈ ਲੋਕਾਂ ਦੀਆਂ ਖੁਸ਼ਾਮਦਾਂ ਕਰਨੀਆਂ ਪਈਆਂ। ਤੁਮ ਕੀਨ ਮੁਝੇ ਮਨ ਬਾਸ ਜਬੇ, ਹੇ ਤ੍ਰਿਸ਼ਨਾ ਜਦੋਂ ਤੂੰ ਮੇਰੇ ਮਨ 'ਚ ਵਸ ਗਈ। ਧਨ ਸ਼ੰਕ ਉੱਠੀ ਔਰ ਮੋਰ ਤਬੇ, ਉਸੇ ਵੇਲੇ ਮੇਰੇ ਮਨ 'ਚ ਪੈਸੇ ਦੀ ਸ਼ੰਕਾ ਹੋ ਗਈ, ਇੱਛਾ ਹੋ ਗਈ ਵੀ ਧਨ ਕਮਾਈਏ, ਕਿਤੋਂ ਪੈਸਾ ਕਮਾਈਏ। ਜਦੋਂ ਤ੍ਰਿਸ਼ਨਾ ਹੁੰਦੀ ਉਦੋਂ ਬੰਦਾ ਪੈਸੇ ਵੱਲ ਦੌੜਦਾ। ਫਿਰ ਮੈਂ ਸੁਣਿਆ, ਸਭ ਕੋ ਵਿੱਤ ਹੈ ਸਭ ਭੂਮ ਤਲੇ, ਮੈਨੂੰ ਇਹ ਪਤਾ ਲੱਗਾ ਵੀ ਸਾਰਿਆਂ ਦਾ ਪੈਸਾ, ਸਭ ਤਰ੍ਹਾਂ ਦਾ ਧਨ ਜਿਹੜਾ ਉਹ ਧਰਤੀ ਦੇ ਵਿੱਚ ਹੈ। ਸਭ ਕੋ ਵਿੱਤ ਹੈ, ਸਭ ਤਰ੍ਹਾਂ ਦਾ ਪੈਸਾ ਜ਼ਮੀਨ ਦੇ ਵਿੱਚ ਹੈ।
ਹਮ ਖੋਦ ਥਕੇ ਪਰ ਜੰਤ ਚਲੇ ਜਲੇ। ਮੈਂ ਕਈ ਫੜ ਕੇ ਜ਼ਮੀਨ ਪੁੱਟਣੀ ਸ਼ੁਰੂ ਕਰਤੀ। ਪੁੱਟਦਾ ਗਿਆ ਪੁੱਟਦਾ ਗਿਆ ਪੁੱਟਦਾ ਗਿਆ, ਜਿਸ ਤੱਕ ਪਾਣੀ ਨਿਕਲ ਆਇਆ ਥੱਲੇ। ਖੂਹ ਪੱਟ ਦਿੱਤੇ, ਉੱਥੋਂ ਮੈਨੂੰ ਕੁਛ ਲੱਭੇਗਾ, ਪਰ ਲੱਭਿਆ ਕੁਛ ਨਹੀਂ, ਮਿਲਿਆ ਕੁਛ ਨਹੀਂ। ਗਿਰ ਧਾਤ ਕਿਰਸਾਨ ਪ੍ਰਤਾਪ ਦਹੀ। ਫਿਰ ਮੈਨੂੰ ਪਤਾ ਲੱਗਾ ਵੀ ਪਹਾੜਾਂ 'ਚ ਬੜਾ ਖਜ਼ਾਨਾ। ਫਿਰ ਮੈਂ ਪਹਾੜ ਪੁੱਟੇ, ਪਹਾੜ 'ਚੋਂ ਧਾਤਾਂ ਕੱਢੀਆਂ, ਤਾਂਬਾ ਕੱਢਿਆ, ਲੋਹਾ ਕੱਢਿਆ, ਸੋਨਾ ਕੱਢਿਆ, ਚਾਂਦੀ ਕੱਢੀ, ਅਤੇ ਉਹਨਾਂ ਨੂੰ ਫਿਰ ਅੱਗ ਦੇ ਨਾਲ ਸਾੜਿਆ ਸ਼ੁੱਧ ਕਰਨ ਵਾਸਤੇ। ਲੋਹਾ ਸ਼ੁੱਧ ਕਰਨ ਵਾਸਤੇ ਵੀ ਸਾੜਦੇ ਨੇ, ਲੋਹਾ ਤਾਂ ਸਾਫ਼ ਹੁੰਦਾ ਦੀ ਮੈਲ ਲਾਹੁੰਦੇ ਆ। ਸੋਨੇ ਨੂੰ ਵੀ ਸਾੜਦੇ ਕੁਠਾਲੀ 'ਚ ਪਾ ਕੇ। ਸਾਰੀਆਂ ਧਾਤਾਂ ਨੂੰ, ਤਾਂਬੇ ਵਗੈਰਾ ਨੂੰ, ਸਾਰਿਆਂ ਨੂੰ ਸ਼ੁੱਧ ਕਰਦੇ। ਕਹਿੰਦੇ ਮੈਂ ਪਹਾੜ ਦੀਆਂ ਗਿਰ ਮੈਨੇ ਪਹਾੜ, ਜਿਹੜੀਆਂ ਪਹਾੜ ਦੀਆਂ ਧਾਤਾਂ ਨੇ, ਕਿਰਸ਼ਾਨ ਅੱਗ ਨੂੰ ਕਹਿੰਦੇ ਆ। ਅੱਗ ਦੇ ਪ੍ਰਤਾਪ ਵਿੱਚ ਦਹੀ ਮੈਨੇ ਸਾੜੀਆਂ, ਧਾਤਾਂ ਨੂੰ ਸਾੜ ਸਾੜ ਕੇ। ਅਬ ਲਾਭ ਰਸਾਇਣ ਹੋਏ ਸਹੀ। ਫਿਰ ਮੈਂ ਸੋਚਿਆ ਵੀ ਹੁਣ ਮੈਨੂੰ ਕੋਈ ਰਸਾਇਣ ਮਿਲੇਗੀ, ਫਿਰ ਮੈਨੂੰ ਧਨ ਦਾ ਘਾਟਾ ਨਹੀਂ ਰਹੇਗਾ। ਮੈਂ ਬੜੀਆਂ ਹੀ ਰਸਾਇਣਾਂ, ਇਹੋ ਜਿਹੀਆਂ ਰਸਾਇਣਾਂ ਵੀ ਜਿਹੜੇ ਸੋਨਾ ਬਣਾਉਣ ਵਾਲੀਆਂ ਹੁੰਦੀਆਂ, ਉਹ ਲੱਭਣ ਦੀ ਕੋਸ਼ਿਸ਼ ਕੀਤੀ। ਹਮ ਸਿੰਧ ਤਰੇ ਮੁਕਤਾਦ ਸੁਣੇ। ਫਿਰ ਮੈਂ ਸੁਣਿਆ ਵੀ ਸਮੁੰਦਰ ਦੇ ਥੱਲੇ ਮੋਤੀ ਹਨ। ਫਿਰ ਮੈਂ ਖਾਰੇ ਸਮੁੰਦਰ 'ਚ ਟੁੱਬੀਆਂ ਮਾਰੀਆਂ, ਗੋਤਾਖੋਰ ਬਣਿਆ, ਸਮੁੰਦਰ ਦੀ ਗਹਿਰਾਈ ਵਿੱਚ ਗਿਆ। ਮੁਕਤਾਦ ਕਹਾਂ ਸੁਕਤਾਦ ਲੁਣੇ। ਕਹਿੰਦੇ ਮੋਤੀ ਤਾਂ ਕਿੱਥੇ ਲੱਭਣੇ ਸੀ, ਉੱਥੋਂ ਮੈਨੂੰ ਘੋਗੇ ਮਿਲੇ, ਸਿੱਪੀਆਂ ਮਿਲੀਆਂ, ਕੌਡੀਆਂ ਮਿਲੀਆਂ। ਫਿਰ ਮੈਨੂੰ ਪਤਾ ਲੱਗਾ ਵੀ ਰਾਜੇ ਦੀ ਨੌਕਰੀ ਕਰਕੇ ਬੜਾ ਕੁਛ ਮਿਲ ਜਾਂਦਾ। ਬਹੁ ਭੂਪਨ ਕੋ ਯਤਨੋਂ ਕਰਕੇ। ਫਿਰ ਬੜੇ ਰਾਜਿਆਂ ਨੂੰ ਮੈਂ ਯਤਨ ਕਰਕੇ, ਬੜੀ ਮਿਹਨਤ ਕਰਕੇ ਉਹਨਾਂ ਦੀ ਨੌਕਰੀ ਕੀਤੀ। ਅਤ ਕੀਨ ਪ੍ਰਸੰਨ ਲੱਜਾ ਹਰ ਕੇ। ਫਿਰ ਉਹਨਾਂ ਲੋਕਾਂ ਨੂੰ ਮੈਂ, ਰਾਜਿਆਂ ਮਹਾਰਾਜਿਆਂ ਨੂੰ ਖੁਸ਼ ਕੀਤਾ ਆਪਣੀ ਸ਼ਰਮ ਤਿਆਗ ਕੇ। ਜਿਵੇਂ ਰਾਜੇ ਨਚਾਉਂਦੇ ਸੀ ਮੈਂ ਨੱਚਦਾ ਸੀ, ਜਿਵੇਂ ਬੁਲਾਉਂਦੇ ਸੀ ਮੈਂ ਬੋਲਦਾ ਸੀ, ਪਰ ਉਹਨਾਂ ਰਾਜਿਆਂ ਕੋਲੋਂ ਵੀ ਮੈਨੂੰ ਮਿਲਿਆ ਕੱਖ ਨਹੀਂ। ਫਿਰ ਮੈਨੂੰ ਪਤਾ ਲੱਗਾ ਵੀ ਜਾ ਕੇ ਭੂਤਾਂ ਪ੍ਰੇਤਾਂ ਨੂੰ ਵਸ ਕਰ ਲਈਏ, ਮੜੀਆਂ 'ਚ ਜਾ ਕੇ ਕੋਈ ਮੰਤਰ ਪੜ੍ਹੀਏ, ਅਤੇ ਭੂਤ ਪ੍ਰੇਤ ਕਹਿੰਦੇ ਦੂਜਿਆਂ ਦਾ ਪੈਸਾ ਲਿਆ ਕੇ ਦੇ ਦਿੰਦੇ ਆ। ਕਰ ਚਿੱਤ ਇਕਾਗਰ ਕੁਮੰਤਰ ਜਪੇ। ਫਿਰ ਮੈਂ ਆਪਣਾ ਚਿੱਤ ਇਕਾਗਰ ਕਰਕੇ ਕੁਮੰਤਰ ਜਪੇ। ਇੱਕ ਤਾਂ ਮੰਤਰ ਹੁੰਦੇ ਆ, ਇੱਕ ਸੁਮੰਤਰ ਹੁੰਦੇ ਆ, ਇੱਕ ਕੁਮੰਤਰ ਹੁੰਦੇ ਆ। ਸੁਮੰਤਰ ਤਾਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਵਾਹਿਗੁਰੂ ਖਾਲਸੇ ਨੂੰ ਦਿੱਤਾ ਹੈ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਜਿਹੜਾ ਮੰਤਰ ਪਰਮਾਤਮਾ ਦਾ, ਵਾਹਿਗੁਰੂ ਦਾ, ਪਰਮੇਸ਼ਰ ਦਾ ਨਾਮ ਜਪਾਵੇ, ਪਰਮੇਸ਼ਰ ਨੂੰ ਪ੍ਰਾਪਤ ਕਰਨ ਵਿੱਚ ਸਿੱਧ ਹੋਵੇ, ਉਹ ਜਿਹੜੇ ਨਾਮ ਹਨ, ਜਿਵੇਂ ਪੁਰਾਣੇ ਜ਼ਮਾਨੇ 'ਚ ਨਾਰਾਇਣ, ਹਰੀ, ਕੇਸ਼ਵ, ਗੋਬਿੰਦ, ਬੱਲਭ, ਮੁਰਾਰੀ, ਨਾਰਾਇਣ, ਇੱਦਾਂ ਮਹਾਂਪੁਰਸ਼ਾਂ ਨੇ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਨਾਮ ਜਪਿਓ, ਸੁਮੰਤਰ ਹਨ। ਇੱਕ ਉਹ ਮੰਤਰ ਹਨ ਜਿਹੜੇ ਦੇਵੀ ਦੇਵਤਿਆਂ ਨੂੰ ਪ੍ਰਸੰਨ ਕਰਕੇ ਉਹਨਾਂ ਤੋਂ ਰਿੱਧੀਆਂ ਸਿੱਧੀਆਂ ਲੈਣ ਵਾਸਤੇ ਹੁੰਦੇ ਆ। ਇੱਕ ਕੁਮੰਤਰ ਹੁੰਦੇ ਜਿਹੜੇ ਭੂਤਾਂ ਨੂੰ ਵਸ ਕਰਨ ਵਾਸਤੇ ਹੁੰਦੇ ਆ, ਜਿ ਭੂਤ ਵਿਦਿਆ ਹੁੰਦੀ ਹੈ। ਮੈਂ ਆਪਣਾ ਚਿੱਤ ਇਕਾਗਰ ਕਰਕੇ ਕੁਮੰਤਰਾਂ ਦਾ ਜਾਪ ਕੀਤਾ, ਪੁੱਠੇ ਮੰਤਰ ਪੜ੍ਹੇ। ਅਤੇ ਸ਼ਮਸ਼ਾਨਨ ਮੈਂ ਨਿਸਪੁੰਜ ਖਪੇ। ਅਤੇ ਮੜੀਆਂ ਦੇ ਵਿੱਚ ਸਾਰੀ ਸਾਰੀ ਰਾਤ ਖਪਦਾ ਰਿਹਾ, ਕਈ ਮਹੀਨੇ, ਕਈ ਸਾਲ ਮੜੀਆਂ 'ਚ ਬਹਿ ਕੇ ਕੁਮੰਤਰ ਜਪਦਾ ਰਿਹਾ। ਕਰਹੋਂ ਜਬ ਮੈਂ ਵਸ ਭੂਤਨ ਕੋ। ਜਦੋਂ ਮੈਂ ਭੂਤਾਂ ਨੂੰ ਵਸ ਕਰ ਲਾਂਗਾ, ਭੂਤ ਮੇਰੇ ਕਾਬੂ ਆ ਜਾਣਗੇ। ਪਰ ਕੀ ਹਰ ਦੇਹ ਵਿਭੂਤਨ ਕੋ। ਉਹ ਪਰਾਏ ਲੋਕਾਂ ਦੀ ਵਿਭੂਤੀ, ਪੈਸਾ ਟਕਾ, ਉਹ ਲਿਆ ਕੇ ਮੈਨੂੰ ਦੇ ਦੇਣਗੇ। ਇਸ ਵਾਸਤੇ ਮੈਂ ਸ਼ਮਸ਼ਾਨ ਭੂਮੀ ਦੇ ਵਿੱਚ ਖਪਦਾ ਰਿਹਾ, ਉਹਨਾਂ ਮੰਤਰਾਂ ਕੁਮੰਤਰਾਂ ਦਾ ਜਾਪ ਕਰਦਾ ਰਿਹਾ। ਇਹ ਆਓ ਬਿਰਥਾ ਮਮ ਹੰਤ ਸਭੀ। ਇਸ ਤਰ੍ਹਾਂ ਮੇਰੀ ਸਾਰੀ ਉਮਰ ਬਿਰਥਾ ਹੀ, ਬੇਕਾਰ ਹੀ ਚਲੀ। ਆਯੂ ਕਹਿੰਦੇ ਨੇ ਉਮਰ ਨੂੰ, ਬਿਰਥਾ ਮੈਨੇ ਬੇਅਰਥ, ਬਿਨਾਂ ਮਤਲਬ ਦੇ। ਮੇਰੀ ਸਾਰੀ ਉਮਰ ਬਿਨਾਂ ਪ੍ਰਯੋਜਨ ਦੇ ਹੀ, ਭਾਵ ਕੁਛ ਵੀ ਮਿਲਿਆ ਨਹੀਂ। ਮੋਹਿ ਕਾਨ ਵਿਰਾਟਕ ਭੀ ਨਾ ਲੱਭੀ। ਮੈਨੂੰ ਕਾਣੀ ਵਿਰਾਟਕ ਕੌਡੀ,
ਵਿਰਾਟਕ ਕਹਿੰਦੇ ਨੇ ਕੌਡੀ ਨੂੰ, ਮੈਨੂੰ ਕਾਣੀ ਕੌਡੀ ਵੀ ਨਹੀਂ ਲੱਭੀ, ਸਾਰੀ ਉਮਰ ਐਵੇਂ ਹੀ ਗਵਾ ਲਈ। ਕਤ ਕਾਜ ਨਿਲਾਜ ਅਕਾਜ ਦਹੋ, ਹੇ ਤ੍ਰਿਸ਼ਨਾ ਕਿਉਂ ਮੈਨੂੰ ਤੂੰ ਪੁੱਠੇ ਕੰਮਾਂ ਦੇ ਵਿੱਚ ਲਾ ਕੇ ਸਾੜ ਰਹੀ ਹੈ, ਕਿਉਂ ਮੇਰਾ ਤੂੰ ਨੁਕਸਾਨ ਕਰ ਰਹੀ ਹੈ। ਨਿਲਾਜ ਕਹਿੰਦੇ ਬੇਸ਼ਰਮ, ਹੇ ਤ੍ਰਿਸ਼ਨਾ ਤੂੰ ਸ਼ਰਮ ਕਰ ਤੇ ਮੈਨੂੰ ਤਿਆਗ ਦੇ। ਤਜ ਮੋਹੇ ਕਹੂੰ ਅਬ ਆਨ ਗਹੋ, ਮੈਨੂੰ ਛੱਡ ਕੇ ਕਿਸੇ ਹੋਰ ਨੂੰ ਫੜ ਲੈ। ਸੋਰਠਾ ਕਰਿਓ ਬ੍ਰਹਮ ਤੇ ਜੀਵ, ਚਾਹੇ ਅਬ ਚਾਹੇ ਕਹਾਂ। ਹੇ ਤ੍ਰਿਸ਼ਨਾ ਤੂੰ ਮੈਨੂੰ ਬ੍ਰਹਮ ਤੋਂ ਜੀਵ ਬਣਾ ਦਿੱਤਾ, ਮੈਂ ਹੈ ਤਾਂ ਬ੍ਰਹਮ ਸੀਗਾ ਪਰ ਤੂੰ ਮੈਨੂੰ ਬਣਾ ਦਿੱਤਾ ਜੀਵ। ਕਿਦੋਂ ਕਰੇ ਨਿਰਜੀਵ, ਹੁਣ ਤੂੰ ਮੈਨੂੰ ਨਿਰਜੀਵ ਹੀ ਕਰਨਾ ਚਾਹੁੰਦੀ ਹੈ। ਕਿਤੇ ਤਾਂ ਮੈਂ ਬ੍ਰਹਮ ਸੀ ਤੇ ਤੂੰ ਬਣਾਤਾ ਜੀਵ, ਤੇ ਜੇ ਤੂੰ ਮੇਰਾ ਖਹਿੜਾ ਨਾ ਛੱਡਿਆ ਤੇ ਲੱਗਦਾ ਮੈਂ ਨਿਰਜੀਵ ਹੋ ਜਾਵਾਂਗਾ, ਮਾਰੀ ਜਾਵਾਂਗਾ। ਆਸ਼ੇ ਤਵ ਆਸ਼ੇ ਕਵਨ, ਹੇ ਆਸਾ ਤੇਰਾ ਆਸ਼ਾ ਕੀ ਹੈ, ਯਾਨੀ ਤੂੰ ਚਾਹੁੰਦੀ ਕੀ ਹੈ। ਤੂੰ ਮੈਨੂੰ ਬ੍ਰਹਮ ਤੋਂ ਜੀਵ ਬਣਾ ਕੇ ਤੇ ਹੁਣ ਨਿਰਜੀਵ ਕਰਨਾ ਚਾਹੁੰਦੀ ਹੈ। ਸੋ ਇਤਨਾ ਹੀ ਬਚਨ ਪ੍ਰਵਾਨ ਕਰੀਏ, ਅੱਗੇ ਫਿਰ ਵਿਚਾਰ ਸ਼ੁਰੂ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।